Good morning, students. So, we were doing the concepts of OOPS. We have already done the first three concepts, that is object, class, and encapsulation. Now, we are going to cover the next concept known as abstraction. ਹੁਣ ਐਬਸਟਰੈਕਸ਼ਨ ਦਾ ਜਨਰਲ ਮੀਨਿੰਗ ਕੀ ਹੈ ਕਿ ਅਸੀਂ ਇਹਦੇ ਵਿੱਚ ਜਿਹੜੀਆਂ ਇੰਟਰਨਲ ਡਿਟੇਲਸ ਹੈ, ਕੋਈ ਵੀ ਇੱਕ ਸਿਸਟਮ ਹੈ ਉਹਦੀਆਂ ਜਿਹੜੀਆਂ ਇੰਟਰਨਲ ਡਿਟੇਲਸ ਹੈ ਉਹਨਾਂ ਨੂੰ ਅਸੀਂ ਕੀ ਕਰਦੇ ਹਾਂ, ਹਾਈਡ ਕਰ ਦਿੰਦੇ ਹਾਂ। ਠੀਕ ਹੈ। ਹੁਣ ਫੋਰ ਐਗਜ਼ਾਮਪਲ ਸਾਡੇ ਕੋਲ ਇੱਕ ਟੀਵੀ ਰਿਮੋਟ ਹੈ। ਟੀਵੀ ਰਿਮੋਟ ਦੇ ਵਿੱਚ ਕੀ ਹੁੰਦਾ ਹੈ, ਵੋਲਿਊਮ ਦੇ ਬਟਨਸ ਹੁੰਦੇ ਪਲੱਸ ਮਾਈਨਸ ਅਤੇ ਚੈਨਲਸ ਦੇ ਬਟਨਸ ਹੁੰਦੇ ਪਲੱਸ ਮਾਈਨਸ। ਤੁਸੀਂ ਕੀ ਕਰਨਾ ਹੁੰਦਾ, ਪਾਵਰ ਔਨ ਕਰ ਦਿਓ। ਠੀਕ ਹੈ, ਪਾਵਰ ਔਨ ਆਫ ਕਰ ਦਿਓ ਰਿਮੋਟ ਤੋਂ, ਚੈਨਲਸ ਨੂੰ ਪਲੱਸ ਮਾਈਨਸ ਕਰ ਦਿਓ, ਵੋਲਿਊਮ ਨੂੰ ਪਲੱਸ ਮਾਈਨਸ ਕਰ ਦਿਓ, ਬਟ ਤੁਹਾਨੂੰ ਉਹਦੀ ਰਿਮੋਟ ਦੀ ਇੰਟਰਨਲ ਡਿਟੇਲ ਜਿਹੜੀ ਹੈ ਉਹ ਨਹੀਂ ਪਤਾ ਹੁੰਦੀ। ਸੋ ਦਿਸ ਇਜ਼ ਨੋਨ ਐਜ਼, ਇਹਨੂੰ ਕੀ ਕਿਹਾ ਜਾਂਦਾ, ਐਬਸਟਰੈਕਸ਼ਨ, ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ, ਇੰਟਰਨਲ ਡਿਟੇਲਸ ਨੂੰ ਹਾਈਡ ਕਰ ਦਿੰਦੇ ਹਾਂ। ਸਿਰਫ ਉਹਦੇ ਜਿਹੜੇ ਐਸੈਂਸ਼ੀਅਲ ਫੀਚਰਸ ਹੈ ਅਸੀਂ ਉਹਨਾਂ ਨੂੰ ਅੱਗੇ ਰੱਖਦੇ ਹਾਂ। ਸੋ ਦਿਸ ਇਜ਼ ਦੀ ਜਨਰਲ ਮੀਨਿੰਗ ਆਫ ਐਬਸਟਰੈਕਸ਼ਨ। Essential element of object-oriented programming is abstraction. Abstraction एक बहुत ही important element है, essential element है OOPS programming ਦਾ। Abstraction एक ਇਹੋ ਜਿਹਾ process ਹੈ ਜਿਹਦੇ ਵਿੱਚ ਅਸੀਂ ਸਿਰਫ ਉਹਦੇ essential features ਜਿਹੜੇ ਆ ਉਹਨਾਂ ਨੂੰ identify ਕਰਦੇ ਹਾਂ, ਬਟ ਅਸੀਂ ਉਹਦੀਆਂ internal details ਨੂੰ include ਨਹੀਂ ਕਰਦੇ, without including internal details. Object oriented programming ਦੇ ਵਿੱਚ ਜਿਹੜੀ ਕੰਪਲੈਕਸਿਟੀ ਹੈਗੀ ਹੈ ਉਹ ਅਸੀਂ ਐਬਸਟਰੈਕਸ਼ਨ ਦੇ ਕੰਸੈਪਟ ਨੂੰ ਯੂਜ਼ ਕਰਕੇ ਮੈਨੇਜ ਕਰਦੇ ਹਾਂ। ਇਸ ਕੰਸੈਪਟ ਨੂੰ ਅੰਡਰਸਟੈਂਡ ਕਰਨਾ ਬਹੁਤ ਈਜ਼ੀ ਹੈ ਥਰੂ ਰੀਅਲ ਵਰਡ ਐਨਾਲੋਗੀ। ਰੀਅਲ ਵਰਡ ਦੀ ਇਹਨਾਂ ਨੇ ਇੱਕ ਐਗਜ਼ਾਮਪਲ ਲਈ ਹੈ। ਉਹ ਐਗਜ਼ਾਮਪਲ ਕੀ ਹੈ, ਅਸੀਂ ਟੈਲੀਵਿਜ਼ਨ ਦੀ ਐਗਜ਼ਾਮਪਲ ਲੈਂਦੇ ਹਾਂ ਜਿਹਦੇ ਵਿੱਚ ਫੀਚਰਸ ਹੁੰਦੇ ਹੈ ਜਿਹਦੇ ਨਾਲ ਤੁਸੀਂ ਚੈਨਲਸ ਨੂੰ ਚੇਂਜ ਕਰ ਸਕਦੇ ਹੋ, ਵੋਲਿਊਮ ਨੂੰ ਕੰਟਰੋਲ ਕਰ ਸਕਦੇ ਹੋ ਐਂਡ ਆਪਣੇ ਟੈਲੀਵਿਜ਼ਨ ਨੂੰ ਔਨ ਆਫ ਕਰ ਸਕਦੇ ਹੋ ਔਨ ਆਫ ਸਵਿਚ ਤੋਂ। ਜਿਹੜਾ ਯੂਜ਼ਰ ਹੈ ਉਹ ਟੈਲੀਵਿਜ਼ਨ ਦੇ ਨਾਲ ਇੰਟਰੈਕਟ ਕਿਵੇਂ ਕਰਦਾ ਹੈ, ਇੰਟਰਫੇਸਿਸ ਨੂੰ ਯੂਜ਼ ਕਰਕੇ। ਕਿਹੜੇ ਕਿਹੜੇ ਇੰਟਰਫੇਸਿਸ, ਚੈਨਲ ਚੇਂਜਰ, ਚੈਨਲ ਨੂੰ ਚੇਂਜ ਕਰਨ ਦੇ ਲਈ ਪਲੱਸ ਮਾਈਨਸ ਹੁੰਦਾ ਹੈ, ਵੋਲਿਊਮ ਕੰਟਰੋਲਰ ਪਲੱਸ ਮਾਈਨਸ ਹੁੰਦਾ ਹੈ, ਪਾਵਰ ਬਟਨ ਹੁੰਦਾ ਜਿਹਦੇ ਨਾਲ ਅਸੀਂ ਔਨ ਜਾਂ ਫਿਰ ਆਫ ਕਰ ਸਕਦੇ ਹਾਂ ਟੀਵੀ ਨੂੰ। ਸੋ ਦੀਜ਼ ਆਰ ਦੀ ਇੰਟਰਫੇਸਿਸ ਐਂਡ ਅਸੀਂ ਇਹਦੇ ਵਿੱਚ ਇੰਟਰਨਲ ਡਿਟੇਲਸ ਜਿਹੜੀਆਂ ਉਹ ਨਹੀਂ ਕੈਪਚਰ ਕਰਦੇ ਕਿ ਉਹ ਇੰਟਰਫੇਸ ਕਿਵੇਂ ਵਰਕ ਕਰ ਰਿਹਾ, ਸਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਹੁੰਦਾ, ਨਾ ਹੀ ਸਾਨੂੰ ਲੋੜ ਹੈ, ਬਿਕੋਜ਼ ਸਾਨੂੰ ਜਸਟ ਟੀਵੀ ਔਨ ਚਾਹੀਦਾ, ਚੈਨਲਸ ਅੱਗੇ ਪਿੱਛੇ ਹੋਣੇ ਚਾਹੀਦੇ, ਵੋਲਿਊਮ ਅਪ ਡਾਊਨ ਹੋਣਾ ਚਾਹੀਦਾ। ਯੂਜ਼ਰ ਜਿਹੜਾ ਇਹਦੇ ਵਿੱਚ ਉਹਨੇ ਇਹ ਕੰਸਰਨ ਨਹੀਂ ਰੱਖਣਾ ਕਿ ਸਿਗਨਲ ਕਿਵੇਂ ਰਿਸੀਵ ਹੋ ਰਿਹਾ ਏਅਰ ਦੇ ਵਿੱਚ ਅਤੇ ਉਹ ਕਿਵੇਂ ਟਰਾਂਸਲੇਟ ਹੋ ਰਿਹਾ ਅਤੇ ਉਹ ਸਕਰੀਨ ਦੇ ਉੱਪਰ ਕਿਵੇਂ ਡਿਸਪਲੇ ਹੋ ਰਿਹਾ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇੰਟਰਨਲ ਜਿਹੜੀ ਕੰਪਲੈਕਸਿਟੀ ਹੈ ਸਿਸਟਮ ਦੀ ਉਹਨੂੰ ਅਸੀਂ ਹਾਈਡ ਕਰਕੇ ਰੱਖਦੇ ਹਾਂ। ਯੂਜ਼ਰ ਤੋਂ ਉਹਦੀ ਜਿਹੜੀ ਇੰਟਰਨਲ ਵਰਕਿੰਗ ਹੈ ਟੈਲੀਵਿਜ਼ਨ ਦੀ ਉਹਨੂੰ ਹਾਈਡ ਕੀਤਾ ਜਾਂਦਾ ਹੈ ਐਂਡ ਜਿਹੜੇ ਨੋਨ ਟੈਕਨੀਕਲ ਪਰਸਨਸ ਹੈਗੇ ਹੈ ਉਹ ਵੀ ਟੈਲੀਵਿਜ਼ਨ ਨੂੰ ਈਜ਼ੀਲੀ ਓਪਨ ਕਰ ਸਕਦੇ ਆ, ਔਨ ਕਰ ਸਕਦੇ, ਉਹਨੂੰ ਯੂਜ਼ ਕਰ ਸਕਦੇ ਆ। ਇਸੇ ਤਰੀਕੇ ਨਾਲ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਜਿਹੜਾ ਕਲਾਸਿਸ ਹੈ ਉਹ ਐਬਸਟਰੈਕਸ਼ਨ ਦਾ ਕੰਸੈਪਟ ਨੂੰ ਯੂਜ਼ ਕਰਦੇ ਆ। ਹੁਣ ਇੱਥੇ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਜਿਹੜੀ ਕਲਾਸ ਹੈਗੀ ਹੈ, ਕਲਾਸ ਦੇ ਵਿੱਚ ਅਸੀਂ ਜਿੰਨਾ ਵੀ ਰੈਲੀਵੈਂਟ ਡਾਟਾ ਅਤੇ ਫੰਕਸ਼ਨ ਹੈ ਉਹਨੂੰ ਅਸੀਂ ਇਨਕੈਪਸੂਲੇਟ ਕਰ ਲੈਂਦੇ ਹਾਂ। ਇਨਕੈਪਸੂਲੇਸ਼ਨ ਕੀ ਹੁੰਦਾ ਹੈ, ਰੈਪਿੰਗ ਅਪ ਆਫ ਡਾਟਾ ਇਨਟੂ ਅ ਸਿੰਗਲ ਯੂਨਿਟ। ਡਾਟਾ ਐਂਡ ਫੰਕਸ਼ਨਸ, ਡਾਟਾ ਅਤੇ ਫੰਕਸ਼ਨਸ ਨੂੰ ਅਸੀਂ ਸਿੰਗਲ ਯੂਨਿਟ ਦੇ ਵਿੱਚ ਰੈਪ ਕਰ ਲੈਂਦੇ ਹਾਂ, ਉਹਨੂੰ ਅਸੀਂ ਕੀ ਬੋਲਦੇ ਹਾਂ, ਇਨਕੈਪਸੂਲੇਸ਼ਨ। ਸੋ ਕਲਾਸ ਕੀ ਹੈ,
क्लास दे विच असी डेटा ते फंक्शनस नूं एनकैप्सुलेट करते हैं, ठीक है। एंड उहदे नाल असी जिहड़ियां उहदियां कंपलैक्स इंप्लीमेंटेशन डिटेल है वो यूजर्स तो हाइड कर लैंदे हैं। दूसरे वर्ड्स दे विच असी ये कह सकते हैं कि जिहड़ा यूज़र है उन्होंने फोकस काहदे ते करना चाहिए, वॉट के उपर, किस चीज़ ते फोकस नहीं करना चाहिए कि वो किवें इंप्लीमेंट हो रहा है, इस चीज़ ते फोकस नहीं करना चाहिए। यूज़र नूं सिर्फ वॉट के उपर फोकस करना चाहिए। सो दिस इज़ ऑल अबाउट एब्सट्रैक्शन। हुण अगे इन्होंने ये दस्सिया होया है कि जिहड़ी एब्सट्रैक्शन है फ्रॉम हेयर, एब्सट्रैक्शन जिहड़ा है वो यूज़र ते एज वैल एज प्रोग्रामर, जिहड़ी उस क्लास के प्रोग्रामर ने, वो दोनों नूं बेनिफिट प्रोवाइड करता है। यूज़र गेट्स बेनिफिट्स बिकॉज यूज़र नूं किवें बेनिफिट करता है, मिलता है, बिकॉज दे डोंट नीड टू वरी अबाउट दी कंपलैक्स इंप्लीमेंटेशन डिटेल्स, क्योंकि उन्होंने कंपलैक्स इंप्लीमेंटेशन डिटेल्स बारे वरी नहीं करना। प्रोग्रामर किवें एडवांटेज लैंदा एब्सट्रैक्शन दी कि वह जिहड़ियां इंटरनल लॉजिक्स हैगे फंक्शन दे उन्हां नूं मॉडिफाई कर सकता है विदाउट चेंजिंग द इंटरफेस। उन्होंने इंटरफेस चेंज करने की लोड़ नहीं पेगी, उन्होंने फंक्शन का नाम जिहड़ा वो चेंज करने की लोड़ नहीं पेगी। क्लासेस जिहड़ियां एब्सट्रैक्शन के कंसैप्ट नूं यूज़ करदियां उन्हां नूं असीं एब्सट्रैक्ट डेटा टाइप्स बोलते हैं, ठीक है। प्रॉपर यूज़ जिहड़ी है एब्सट्रैक्शन दी, डेटा एब्सट्रैक्शन दी, उहदे नाल असीं अपने प्रोग्राम्स नूं बहुत ज़्यादा पावरफुल बना सकते हैं, ऑप्टीमल बना सकते हैं। ऑप्टीमल मीनस बेस्ट बना सकते हैं तो फ्लैक्सीबल बना सकते हैं। सो दिस इज़ एब्सट्रैक्शन। नैक्सट इज़ इनहेरिटेंस। इनहेरिटेंस की हुंदा है, इहदे विच साडे कोल एक बेस क्लास हुंदी है, ਉਹਦੇ ਤੋਂ ਅਸੀਂ ਇੱਕ ਨਵੀਂ ਕਲਾਸ ਨੂੰ ਡਰਾਈਵ ਕਰਦੇ ਹਾਂ ਐਂਡ ਦੈਟ ਕਲਾਸ ਇਜ਼ ਨੋਨ ਐਜ਼ ਡਰਾਈਵਡ ਕਲਾਸ। ਫॉर एग्जाम्पल ਰੀਅਲ वर्ड एग्जाम्पल, ਜਿਵੇਂ ਤੁਹਾਡੇ पेरेंट्स इज़ द बेस क्लास। पेरेंट्स तो कौन डेवलप होंदा है? चाइल्ड इज़ द डराइव्ड क्लास। दोबारा दसदी हैं, रीयल लाइफ दे विच पेरेंट्स हुंदे ने, पेरेंट्स काहदा काम करते हैं? बेस क्लास का। उस तो कौन डेवलप होंदा है? चाइल्ड इज़ द डराइव्ड क्लास। सो चाइल्ड दे विच पेरेंट दे सारे फीचर्स हुंदे है प्लस उन्हां दे खुद दे अपने फीचर्स भी विच ऐड होंदे ने। आई थिंक तुहानूं थोड़ा जिहा क्लीयर होया होना हुण। इनहेरिटेंस दे विच साडे कोल बेसिकली दो क्लासिस हुंदियां। वन क्लास इज़ नोन एज बेस क्लास एंड अदर क्लास इज़ नोन एज डराइव्ड क्लास। डराइव्ड क्लास दे विच बेस क्लास दे सारे फीचर्स इंक्लूड होंदे है प्लस उन्हां दे अपने खुद दे फीचर्स भी होंदे ने। सो आपां थ्योरी करते हैं हुण। इनहेरिटेंस एक इंपॉर्टेंट फीचर है ऑब्जैक्ट ओरिएंटेड प्रोग्रामिंग का। एक इहो जिहा प्रोसैस है जिहदे नाल असीं नवीं क्लास नूं डराइव करते हैं एग्जिस्टिंग क्लास तो एंड उन्होंने असीं मॉडिफाई नहीं करते। न्यू क्लास जिहड़ी असीं डराइव करते हैं उन्होंने असीं डराइव क्लास बोलते हैं या सब क्लास बोलते हैं या चाइल्ड क्लास बोलते हैं। तो जिहड़ी एग्जिस्टिंग क्लास है जिहदे तो असीं नवीं क्लास नूं बनाया है उन्होंने असीं बेस क्लास बोलते हैं, सुपर क्लास बोल सकते हैं या पेरेंट क्लास बोल सकते हैं। डराइव्ड क्लास जिहड़ी है वो जिन्ने भी फीचर्स हैगे है डेटा ते फंक्शनस बेस क्लास दे वो सारिਆਂ ਦੇ सारिਆਂ ਨੂੰ इनहेरिट कर लैंदी है। इनहेरिट का मतलब हुंदा है पोजैस कर लैंदी है। डराइव क्लास बेस क्लास के सारे फीचर्स नूं इनहेरिट कर लैंदी है, जिन्ने भी उहदे विच डेटा ते फंक्शनस हुंदे सब कुछ ले लैंदी है एंड ऑल्सो ऐड सम न्यू फीचर्स इनटू इट। और असी
ਇਹਦੇ ਵਿੱਚ ਨਵੇਂ ਫੀਚਰਸ ਜਿਹੜੇ ਉਹ ਵੀ ਐਡ ਕਰ ਲੈਂਦੇ ਆ। ਸੋ ਅੱਗੇ ਇਹਨਾਂ ਨੇ ਕੀ ਦੱਸਿਆ ਕਿ ਇਨਹੈਰੀਟੈਂਸ ਜਿਹੜਾ ਹੈ ਇਹ ਕਲਾਸ ਹਾਇਰਾਰਕੀ ਦਾ ਕੰਸੈਪਟ ਫੋਲੋ ਕਰਦਾ ਹੈ। ਹੁਣ ਕਲਾਸ ਹਾਇਰਾਰਕੀ ਹੁੰਦਾ ਕੀ ਹੈ, ਇਹਦੇ ਵਿੱਚ ਕਲਾਸਿਸ ਜਿਹੜੀਆਂ ਉਹ ਇੱਕ ਸਿੰਗਲ ਰੂਟਡ ਟਰੀ ਸਟਰਕਚਰ ਦੇ ਵਿੱਚ ਆਰਗੇਨਾਈਜ਼ ਕੀਤੀਆਂ ਹੁੰਦੀਆਂ। ਕਿਵੇਂ? ਸਭ ਤੋਂ ਪਹਿਲਾਂ ਸਾਡੇ ਕੋਲ ਕੀ ਹੁੰਦਾ ਹੈ, ਗ੍ਰੈਂਡ ਪੇਰੈਂਟਸ, ਉਸ ਤੋਂ ਬਾਅਦ ਪੇਰੈਂਟਸ, ਪੇਰੈਂਟਸ ਤੋਂ ਬਾਅਦ ਸਾਡੇ ਕੋਲ ਕੀ ਹੁੰਦਾ ਹੈ, children, child 1, child 2, child 3, child 4. This is known as class hierarchy and ਇਹਦੇ ਵਿੱਚ ਜਿਹੜੇ ਜਨਰਲ ਸਾਡੇ ਕੋਲ ਕਲਾਸਿਸ ਹੁੰਦੀਆਂ ਉਹਨਾਂ ਤੋਂ ਅਸੀਂ ਮੋਰ ਸਪੈਸੀਫਿਕ ਕਲਾਸਿਸ ਤੱਕ ਜਾਂਦੇ ਹਾਂ। ਐਂਡ ਹਮੇਸ਼ਾ ਇਹਦੇ ਵਿੱਚ ਕਿਹੜੀ ਅਪਰੋਚ ਯੂਜ਼ ਕੀਤੀ ਜਾਂਦੀ ਹੈ, ਟੌਪ ਟੂ ਬੋਟਮ, ਟੌਪ ਟੂ ਬੋਟਮ। ਸੋ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਹੈ ਕਿ ਕਲਾਸ ਹਾਇਰਾਰਕੀ ਦੇ ਵਿੱਚ ਹੁੰਦਾ ਕੀ ਹੈ, ਬੇਸ ਕਲਾਸਿਸ ਹੁੰਦੀਆਂ, ਬੇਸ ਕਲਾਸ ਤੋਂ ਅਸੀਂ ਡਰਾਈਵ ਕਲਾਸਿਸ ਨੂੰ ਡਰਾਈਵ ਕਰਦੇ ਹਾਂ ਐਂਡ ਹਰ ਇੱਕ ਜਿਹੜੀ ਬੇਸ ਕਲਾਸ ਹੈ ਉਹਦਾ ਡਰਾਈਵਡ ਕਲਾਸ ਦੇ ਨਾਲ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੁੰਦਾ ਹੈ। ਸੋ ਇਨਹੈਰੀਟੈਂਸ ਰਿਲੇਸ਼ਨਸ਼ਿਪ ਜਿਹੜਾ ਹੈ ਹਮੇਸ਼ਾ ਕਲਾਸਿਸ ਦੇ ਵਿੱਚ ਹੁੰਦਾ ਹੈ, ਜਿਹੜੀਆਂ ਕਲਾਸਿਸ ਅਸੀਂ ਬੇਸ ਕਲਾਸਿਸ ਤੋਂ ਡਰਾਈਵ ਕਰਦੇ ਹਾਂ। ਹੁਣ ਜਿੰਨੀਆਂ ਵੀ ਪ੍ਰੋਪਰਟੀਜ਼ ਹੈ, ਜਿੰਨੇ ਵੀ ਆਪਰੇਸ਼ਨਸ ਹੈ ਇੱਕ ਕਲਾਸ ਦੇ ਨਾਲ ਐਸੋਸੀਏਟ ਹੈ, ਉਹ ਆਟੋਮੈਟਿਕਲੀ ਡਰਾਈਵਡ ਕਲਾਸ ਨੂੰ ਵੀ ਅਵੇਲੇਬਲ ਹੋਣਗੇ ਟਰੀ ਸਟਰਕਚਰ ਦੇ ਵਿੱਚ। ਹੁਣ ਡਾਇਗਰਾਮੈਟਿਕਲੀ ਇਹਨਾਂ ਨੇ ਇੱਕ ਦੱਸਿਆ ਹੋਇਆ ਕਲਾਸ ਹਾਇਰਾਰਕੀ ਬਾਰੇ, ਜਿਹਦੇ ਵਿੱਚ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਕੀ ਹੈ, ਡਿਵਾਈਸ। Device can be an input device, can be an output device. Input device can further be a type of device known as keyboard, mouse, and output device can be a monitor or printer. So this class is known as general class क्योंकि device ਜਿਹੜੀ ਉਹ ਕੋਈ ਵੀ ਹੋ ਸਕਦੀ ਹੈ, and this class is known as specific class. Clear? This is the general class and this is the specific class. So class hierarchy ਦੇ ਵਿੱਚ ਅਸੀਂ ਹਮੇਸ਼ਾ top to bottom move ਕਰਦੇ ਹਾਂ, that is from more general classes to specific general classes. ਹੁਣੀ ਤੁਹਾਨੂੰ ਦੱਸਿਆ these are the general classes and these are the specific classes. ਇਨਹੈਰੀਟੈਂਸ ਦੇ ਵਿੱਚ ਇੱਕ ਐਬਿਲਿਟੀ ਹੈ ਜਿਹੜੀ ਕਲਾਸਿਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਿੰਨੇ ਵੀ ਫੀਚਰਸ ਹੈਗੇ ਆ ਉਸ ਤੋਂ ਅਬਵ ਵਾਲੀਆਂ ਕਲਾਸਿਸ ਜਿਹੜੀਆਂ, ਇਹ ਤੋਂ ਉੱਪਰ ਵਾਲੀਆਂ ਜਿੰਨੀਆਂ ਵੀ ਕਲਾਸਿਸ ਹੋਣਗੀਆਂ ਉਹਨਾਂ ਦੇ ਸਾਰਿਆਂ ਦੇ ਸਾਰੇ ਫੀਚਰਸ ਜਿਹੜੇ ਉਹ ਇਹਦੇ ਵਿੱਚ ਇਨਹੈਰਿਟ ਹੋ ਜਾਂਦੇ ਆ, ਜਿਹੜੀਆਂ ਕਲਾਸਿਸ ਅਸੀਂ ਡਰਾਈਵ ਕਰਦੇ ਹਾਂ। ਹੁਣ ਜਿਹੜਾ ਰਿਲੇਸ਼ਨਸ਼ਿਪ ਐਗਜ਼ਿਸਟ ਕਰਦਾ ਹੈ ਬਿਟਵੀਨ ਡਰਾਈਵਡ ਕਲਾਸ ਐਂਡ ਦ ਬੇਸ ਕਲਾਸ, ਦੋਨਾਂ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਜਿਹੜਾ ਐਗਜ਼ਿਸਟ ਕਰਦਾ ਹੈ, ਦੈਟ ਰਿਲੇਸ਼ਨਸ਼ਿਪ ਇਜ਼ ਟਾਈਪ ਆਫ ਇਜ਼ ਅ ਕਾਈਂਡ। ਠੀਕ ਹੈ, ਹੁਣ ਇੱਥੇ ਕੀਵਰਡ ਹੈਗਾ ਇਜ਼ ਅ, ਇੱਥੇ ਇਹਨਾਂ ਨੇ ਕੀਬੋਰਡ ਲਿਖਿਆ, ਓਕੇ ਸੌਰੀ, ਕੀਬੋਰਡ ਇਜ਼ ਅ ਕਾਈਂਡ ਆਫ ਇਨਪੁਟ ਡਿਵਾਈਸ। ਸੋ ਕੀਬੋਰਡ ਕੀ ਹੈ, ਇਜ਼ ਅ ਕਾਈਂਡ ਆਫ ਇਨਪੁਟ ਡਿਵਾਈਸ। ਹੁਣ ਇੱਥੇ ਅਸੀਂ ਕੀ ਯੂਜ਼ ਕੀਤਾ, ਕਿਸ ਟਾਈਪ ਦਾ ਰਿਲੇਸ਼ਨਸ਼ਿਪ ਯੂਜ਼ ਕੀਤਾ, ਇਜ਼ ਅ ਰਿਲੇਸ਼ਨਸ਼ਿਪ। ਹੁਣ ਅਗਰ ਅਸੀਂ ਇਨਹੈਰੀਟੈਂਸ ਦੇ ਕੰਸੈਪਟ ਨੂੰ ਅੰਡਰਸਟੈਂਡ ਕਰਨਾ ਹੈ ਤਾਂ ਅਸੀਂ ਇੱਕ ਰੀਅਲ ਲਾਈਫ ਐਗਜ਼ਾਮਪਲ ਲਈ ਹੈ, ਜਿਹਦੇ ਵਿੱਚ ਸਾਡੇ ਕੋਲ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਵਰਕਰ ਹੈ, ਮੈਨੇਜਰ ਹੈ, ਕਲਰਕ ਹੈ। ਹੁਣ ਜਿਹੜੀਆਂ ਇਹਨਾਂ ਦੀਆਂ ਕਲਾਸਿਸ ਹੋਣਗੀਆਂ ਇਹ ਵਾਲੇ ਆਬਜੈਕਟਸ ਦੀਆਂ, ਉਹ ਕਿਹੜੀਆਂ ਹੋਣਗੀਆਂ, ਵਰਕਰ ਕਲਾਸ, ਮੈਨੇਜਰ ਕਲਾਸ ਅਤੇ ਕਲਰਕ ਕਲਾਸ। ਵਰਕਰ ਕਲਾਸ ਦੇ ਵਿੱਚ ਜਿਹੜਾ ਡੇਟਾ ਮੈਂਬਰਸ ਹੋਣਗੇ ਉਹਦੇ ਵਿੱਚ ਕੀ ਹੋਣਗੇ, EMPLOYEE ID, E-name, ਸੈਲਰੀ, ਮਸ਼ੀਨ ਅਸੈਂਬਲਡ, ਮਸ਼ੀਨ ਡਿਸਪੈਚਡ। ਫੰਕਸ਼ਨਸ ਕਿਹੜੇ ਹੋਣਗੇ, ਗੈਟ ਡੇਟਾ, ਸ਼ੋ ਡੇਟਾ, ਮਸ਼ੀਨ ਟੈਸਟ। ਇਹ ਹੋ ਗਈ ਵਰਕਰ ਕਲਾਸ।
ਮੈਨੇਜਰ ਕਲਾਸ ਦੇ ਵਿੱਚ ਕੀ ਹੋਏਗਾ, EMPLOYEE ID, E-NAME, ਸੈਲਰੀ ਤੇ ਟੋਟਲ ਰਿਪੋਰਟਸ ਕਿੰਨੀਆਂ ਤਿਆਰ ਹੋਈਆਂ। ਫੰਕਸ਼ਨਸ ਕਿਹੜੇ ਹੋਣਗੇ, ਗੈਟ ਡੇਟਾ, ਡੇਟਾ ਨੂੰ ਲੈਣ ਦੇ ਲਈ, ਸ਼ੋ ਡੇਟਾ, ਡੇਟਾ ਨੂੰ ਡਿਸਪਲੇ ਕਰਨ ਦੇ ਲਈ, ਰਿਪੋਰਟਸ ਡਿਟੇਲ, ਰਿਪੋਰਟ ਦੀ ਡਿਟੇਲ ਦੇ ਲਈ। ਨੈਕਸਟ ਕਲਾਸ ਇਜ਼ ਨੋਨ ਐਜ਼ ਕਲਰਕ ਕਲਾਸ। ਕਲਰਕ ਕਲਾਸ ਦੇ ਵਿੱਚ ਸਾਡੇ ਕੋਲ ਕਿਹੜੇ ਮੈਂਬਰਸ ਹੋਣਗੇ, ਡੇਟਾ ਮੈਂਬਰਸ, EMPLOYEE ID, E-NAME, ਸੈਲਰੀ, ਸੇਲਸ ਤੇ ਪਰਚੇਜ਼, ਕਿੰਨੀਆਂ ਸੇਲ ਹੋਈਆਂ, ਕਿੰਨੀਆਂ ਪਰਚੇਜ਼ ਹੋਈਆਂ। ਗੈਟ ਡੇਟਾ, ਡੇਟਾ ਨੂੰ ਲੈਣ ਦੇ ਲਈ, ਸ਼ੋ ਡੇਟਾ, ਡੇਟਾ ਨੂੰ ਡਿਸਪਲੇ ਕਰਨ ਦੇ ਲਈ, ਆਡਿਟ, ਕਿੰਨੀ ਸੇਲ ਹੋਈ, ਕਿੰਨੀ ਪਰਚੇਜ਼ ਹੋਈ, ਉਹਨਾਂ ਦੇ ਲਈ ਆ ਫੰਕਸ਼ਨਸ ਨੇ। ਦੀਜ਼ ਆਰ ਦੀ 3 ਕਲਾਸਿਸ। ਹੁਣ ਫਿਗਰ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਜਿਹੜੀਆਂ ਵੀ ਕਲਾਸਿਸ ਹੈਗੀਆਂ ਇਹਨਾਂ ਦੇ ਵਿੱਚ ਕਾਮਨ ਡੇਟਾ ਹੈਗਾ। ਕਾਮਨ ਡੇਟਾ ਦੇਖੋ ਕਿਹੜਾ ਹੈ, EMPLOYEE ID ਤਿੰਨਾਂ 'ਚ ਹੈ, EMPLOYEE ID ਤਿੰਨਾਂ 'ਚ ਹੈ, EMPLOYEE name ਤਿੰਨਾਂ 'ਚ ਹੈ, ਸੈਲਰੀ ਤਿੰਨਾਂ 'ਚ ਹੈ। ਸੋ ਕਾਮਨ ਫੰਕਸ਼ਨਸ ਕਿਹੜੇ ਸ਼ੇਅਰ ਹੋ ਰਹੇ ਨੇ, ਗੈਟ ਡੇਟਾ ਤਿੰਨਾਂ 'ਚ ਹੈ, ਸ਼ੋ ਡੇਟਾ ਤਿੰਨਾਂ 'ਚ ਹੈ। ਠੀਕ ਹੈ, ਦਿਸ ਮੀਨਸ ਜਿਹੜੇ ਕਾਮਨ ਡੇਟਾ ਤੇ ਫੰਕਸ਼ਨਸ ਹੈਗੇ ਹੈ ਉਹਨਾਂ ਨੂੰ ਸਾਨੂੰ ਅਗੇਨ ਐਂਡ ਅਗੇਨ ਲਿਖਣਾ ਪੈਂਦਾ, ਡੀਬਗ ਕਰਨਾ ਪੈਂਦਾ, ਕੰਪਾਈਲ ਕਰਨਾ ਪੈਂਦਾ, ਜਿਹਦੇ ਨਾਲ ਕੀ ਹੈ, ਵੇਸਟੇਜ ਆਫ ਰਿਸੋਰਸਿਸ ਹੁੰਦੇ ਹੈ ਅਤੇ ਟਾਈਮ ਦੀ ਵੇਸਟੇਜ ਹੁੰਦੀ ਹੈ। ਪ੍ਰੋਬਲਮ ਉਦੋਂ ਵਰਸ ਹੋ ਜਾਂਦੀ ਹੈ ਜਦੋਂ ਸਾਡੇ ਕੋਲ ਸਿਮਿਲਰ ਟਾਈਪ ਆਫ ਕਲਾਸਿਸ ਜਿਹੜੀਆਂ ਉਹ ਹੋਰ ਜ਼ਿਆਦਾ ਹੋ ਜਾਂਦੀਆਂ। ਠੀਕ ਹੈ, ਜਿਵੇਂ ਕਿ PN ਕਲਾਸ ਅਤੇ ਸਿਕਿਉਰਿਟੀ ਕਲਾਸ। ਹੁਣ ਇੱਕ ਹੋਰ ਪ੍ਰੋਬਲਮ ਕਿਹੜੀ ਅਰਾਈਜ਼ ਹੋ ਸਕਦੀ ਹੈ ਇਸ ਅਪਰੋਚ ਦੇ ਨਾਲ, ਕਿ ਅਗਰ ਅਸੀਂ ਫ਼ੋਨ ਨੰਬਰ ਨੂੰ ਐਡ ਕਰਨਾ ਹਰ ਇੱਕ ਪਰਸਨ ਦੇ ਲਈ, ਤਾਂ ਸਾਨੂੰ ਜਿੰਨੀਆਂ ਵੀ ਗਿਵਨ ਕਲਾਸਿਸ ਹੈ ਉਹ ਸਾਰਿਆਂ ਦੇ ਲਈ ਉਹਨਾਂ ਦੇ ਵਿੱਚ ਉਹ ਨੰਬਰ ਐਡ ਕਰਨਾ ਪਏਗਾ, ਜਿਹੜਾ ਕਿ ਬਹੁਤ ਹੀ ਟਾਈਮ ਕੰਜ਼ਿਊਮਿੰਗ ਅਤੇ ਇੱਕ ਬਹੁਤ ਹੀ ਟੀਡੀਅਸ ਜੋਬ ਹੈ। ਟੀਡੀਅਸ ਮੀਨਸ ਔਖੀ ਜੋਬ ਹੈ। ਸੋ ਇਹ ਸਾਰੀ ਪ੍ਰੋਬਲਮ ਦਾ ਸੋਲਿਊਸ਼ਨ ਕੀ ਹੈ, ਸੋ ਇਸ ਪ੍ਰੋਬਲਮ ਦਾ ਸੋਲਿਊਸ਼ਨ ਕੀ ਹੈ ਕਿ ਅਸੀਂ ਕੀ ਕਰਾਂਗੇ, ਜਿੰਨੇ ਵੀ ਰਿਪੀਟਿੰਗ ਡੇਟਾ ਅਤੇ ਫੰਕਸ਼ਨਸ ਹੈਗੇ ਹੈ ਉਹਨਾਂ ਨੂੰ ਅਸੀਂ ਇੱਕ ਬੇਸ ਕਲਾਸ ਦੇ ਵਿੱਚ ਬਣਾ ਲਾਂਗੇ, EMPLOYEE ਕਲਾਸ ਦੇ ਵਿੱਚ, ਐਂਡ 3 ਕਲਾਸਿਸ ਹੋਰ ਬਣਾਵਾਂਗੇ, ਵਰਕਰ, ਮੈਨੇਜਰ ਅਤੇ ਕਲਾਸ, ਜਿਹੜੀਆਂ ਕਿ EMPLOYEE ਕਲਾਸ ਤੋਂ ਡਰਾਈਵ ਹੋਣਗੀਆਂ। ਦੇਖੋ ਅੱਗੇ ਫਿਗਰ ਦੇ ਵਿੱਚ ਇਹਨਾਂ ਨੇ ਐਕਸਪਲੇਨ ਕੀਤਾ। EMPLOYEE ਕਲਾਸ ਹੈ, EMPLOYEE ਕਲਾਸ ਦੇ ਵਿੱਚ ਦੇਖੋ EMPLOYEE ID, E-NAME ਅਤੇ ਸੈਲਰੀ ਤਿੰਨਾਂ ਦੇ ਵਿੱਚ ਆ ਰਿਹਾ ਸੀਗਾ ਡੇਟਾ। ਦਿਸ ਇਜ਼ ਦੀ ਡੇਟਾ ਐਂਡ get data, show data, these are the functions. get data, show data functions ਤਿੰਨਾਂ ਕਲਾਸਿਸ ਦੇ ਵਿੱਚ ਆ ਰਹੇ ਸੀ, EMPLOYEE ID, E-NAME ਅਤੇ ਸੈਲਰੀ ਤਿੰਨੋਂ ਕਲਾਸਿਸ ਦੇ ਵਿੱਚ ਆ ਰਹੇ ਸੀਗੇ। ਇਹਨਾਂ ਨੇ ਕੀ ਕੀਤਾ, ਹੁਣ ਇੱਕ ਬੇਸ ਕਲਾਸ ਬਣਾਉਣੀ, ਦੈਟ ਕਲਾਸ ਇਜ਼ ਨੋਨ ਐਜ਼ EMPLOYEE ਕਲਾਸ, ਜਿਹਦੇ ਵਿੱਚ ਸਾਰੇ ਕਾਮਨ ਡੇਟਾ ਅਤੇ ਫੰਕਸ਼ਨਸ ਆ ਰਹੇ ਸੀ, ਉਹ ਲੈ ਲਏ ਐਂਡ ਉਹਨਾਂ ਤੋਂ ਅਸੀਂ 3 ਡਰਾਈਵ ਕਲਾਸਿਸ ਡਰਾਈਵ ਕੀਤੀਆਂ, ਨੋਨ ਐਜ਼ ਵਰਕਰ ਕਲਾਸ, ਮੈਨੇਜਰ ਕਲਾਸ ਐਂਡ ਕਲਰਕ ਕਲਾਸ। ਇਹਨਾਂ ਦੇ ਵਿੱਚ ਇਹਨਾਂ ਦੇ ਖੁਦ ਦੇ ਡੇਟਾ ਮੈਂਬਰਸ ਅਤੇ ਮੈਂਬਰ ਫੰਕਸ਼ਨਸ ਜਿਹੜੇ ਉਹ ਅਸੀਂ ਇਨਕਲੂਡ ਕਰਤੇ, ਜਿਹੜੇ ਅਲੱਗ-ਅਲੱਗ ਸੀਗੇ ਤਿੰਨਾਂ ਦੇ। ਸੋ ਦਿਸ ਇਜ਼ ਦੀ ਕੰਸੈਪਟ ਆਫ ਇਨਹੈਰੀਟੈਂਸ। ਹੁਣ ਦੇਖੋ ਇੱਥੇ ਇਹਨਾਂ ਨੇ ਅੱਗੇ ਕੀ ਦੱਸਿਆ ਹੋਇਆ ਕਿ ਜਿਹੜੀਆਂ ਡਰਾਈਵ ਕਲਾਸ ਹੈਗੀਆਂ ਵਰਕਰ, ਮੈਨੇਜਰ ਅਤੇ ਕਲਰਕ, ਉਹ ਸਾਰੇ ਦੀਆਂ ਸਾਰੀਆਂ ਕਲਾਸਿਸ ਜਿਹੜੀਆਂ ਉਹ ਜਿੰਨੇ ਵੀ ਫੀਚਰਸ ਹੈਗੇ EMPLOYEE ਬੇਸ ਕਲਾਸ ਦੇ, ਉਹ ਸਾਰੇ ਦੇ ਸਾਰੇ ਫੀਚਰਸ ਨੂੰ ਇਨਹੈਰਿਟ ਕਰ ਲਏਗੀ ਐਂਡ ਨੀਡਸ ਓਨਲੀ ਡਿਸਟਿੰਕਟ ਫੀਚਰਸ ਟੂ ਐਡ ਇਨਟੂ ਦੈਮ। ਜਿਹੜੇ ਉਹਨਾਂ ਦੇ ਡਿਫਰੈਂਟ ਫੀਚਰਸ ਹੋਣਗੇ, ਡਿਸਟਿੰਕਟ ਮੀਨਸ ਡਿਫਰੈਂਟ ਫੀਚਰਸ ਹੋਣਗੇ, ਸਿਰਫ ਉਹ ਉਹਨਾਂ ਨੂੰ ਉਹਦੇ ਵਿੱਚ ਐਡ ਕਰਨੇ ਪੈਣਗੇ। ਅੱਗੇ ਇਹਨਾਂ ਨੇ ਦੱਸਿਆ ਕਿ ਇਨਹੈਰੀਟੈਂਸ ਜਿਹੜਾ ਹੈ ਇਹ ਸਾਨੂੰ ਇੱਕ ਰੀਯੂਜ਼ੇਬਿਲਿਟੀ ਦਾ ਆਈਡੀਆ ਜਿਹੜਾ ਉਹ ਦਿੰਦਾ ਹੈ। ਹੁਣ ਜਦੋਂ ਇੱਕ ਵਾਰੀ ਤੁਸੀਂ ਕਲਾਸ ਨੂੰ ਲਿਖ ਲੈਂਦੇ ਹੋ, ਉਹਨੂੰ ਕੰਪਾਈਲ ਕਰ ਲੈਂਦੇ ਹੋ, ਡੀਬਗ ਕਰ ਲੈਂਦੇ ਹੋ, ਤਾਂ ਜਿੰਨੀਆਂ ਵੀ ਕਲਾਸਿਸ ਉਸ ਕਲਾਸ ਤੋਂ ਡਰਾਈਵ ਹੋਣਗੀਆਂ ਉਹ ਉਹਦੇ ਸਾਰੇ ਫੀਚਰਸ ਨੂੰ ਰੀਯੂਜ਼ ਕਰ ਸਕਦੀਆਂ, ਰਾਦਰ ਦੈਨ ਕਿ ਉਹ ਦੁਬਾਰਾ ਤੋਂ ਸਕਰੈਚ ਤੋਂ ਡਿਜ਼ਾਈਨ ਕਰਨ, ਉਹ ਉਹਨਾਂ ਨੂੰ ਰੀਯੂਜ਼ ਕਰ ਸਕਦੇ ਨੇ। ਡੈਫੀਨੇਸ਼ਨ ਜਿਹੜੀ ਹੈ ਕਲਾਸ ਦੀ ਉਹ ਰੀਯੂਜ਼ੇਬਲ ਸਿਰਫ ਪ੍ਰੋਗਰਾਮ ਦੇ ਲਈ ਨਹੀਂ ਹੋਏਗੀ ਜਿਹਦੇ ਲਈ ਉਹ ਕ੍ਰੀਏਟ ਕੀਤੀ ਗਈ ਸੀ, ਬਟ ਉਹ ਆਬਜੈਕਟ ਓਰੀਐਂਟਡ
ਪ੍ਰੋਗਰਾਮਸ ਜਿਹੜੇ ਡਿਫਰੈਂਟ ਹੋਣਗੇ, ਹੋਰ ਆਬਜੈਕਟ ਓਰੀਐਂਟਡ ਪ੍ਰੋਗਰਾਮਸ ਹੋਣਗੇ, ਉਹਨਾਂ ਦੇ ਲਈ ਵੀ ਅਸੀਂ ਉਹਨਾਂ ਨੂੰ ਰੀਯੂਜ਼ ਕਰ ਸਕਦੇ ਹਾਂ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਰੀਯੂਜ਼ੇਬਿਲਿਟੀ ਹੈ ਉਹ ਆਬਜੈਕਟ ਓਰੀਐਂਟਡ ਪ੍ਰੋਗਰਾਮ ਦੀ ਕੁਆਲਿਟੀ ਅਤੇ ਰਿਲਾਇਬਿਲਿਟੀ ਨੂੰ ਇੰਪਰੂਵ ਕਰਦੀ ਹੈ। ਠੀਕ, ਹੁਣ ਅੱਗੇ ਜਿਹੜਾ ਪੈਰਾਗ੍ਰਾਫ ਦਿੱਤਾ ਹੋਇਆ ਹੈ ਇਹਦੇ ਵਿੱਚ ਜਸਟ ਤੁਹਾਨੂੰ ਉਹੀ ਚੀਜ਼ ਕਲੀਅਰ ਕੀਤੀ ਹੈ ਜਿਹੜੀ ਪਹਿਲਾਂ ਆਲਰੇਡੀ ਤੁਹਾਨੂੰ ਲੈਕਚਰ ਦੇ ਵਿੱਚ ਦੱਸਿਆ। ਸੋ ਇਹ ਤੁਸੀਂ ਆਪਣੇ ਆਪ ਗੋ ਥਰੂ ਹੋ ਗਿਆ ਆਹ ਵਾਲਾ ਪੈਰਾਗ੍ਰਾਫ। ਜੇ ਕੋਈ ਪ੍ਰੋਬਲਮ ਹੋਏਗੀ ਤਾਂ ਐਨੀ ਟਾਈਮ ਤੁਸੀਂ ਪੁੱਛ ਸਕਦੇ ਹੋ। ਦਿਸ ਇਜ਼ ਆਲ ਅਬਾਊਟ ਟੂਡੇਜ਼ ਲੈਕਚਰ। ਥੈਂਕ ਯੂ।